Good morning students. Now we will start our second topic of 5th chapter. ਆਪਾਂ ਨੂੰ ਪਤਾ ਹੀ ਹੈ ਕੱਲ ਆਪਾਂ ਫੰਕਸ਼ਨਸ ਆਫ ਸੈਂਟਰਲ ਬੈਂਕ ਸਟਾਰਟ ਕੀਤੇ ਸੀ। ਉਹਦਾ ਫਰਸਟ ਫੰਕਸ਼ਨ ਕੀਤਾ ਸੀ ਮੋਨੋਪੋਲੀ ਆਫ ਨੋਟ ਇਸ਼ੂ। ਮਤਲਬ ਜਿਹੜੀ ਸੈਂਟਰਲ ਬੈਂਕ ਆ ਉਹਦੇ ਕੋਲ ਜਿਹੜਾ ਕੇਂਦਰੀ ਬੈਂਕ ਆ ਉਹਦੇ ਕੋਲ ਕੀ ਹੈ ਮੋਨੋਪੋਲੀ ਆ ਨੋਟ ਛਾਪਣ ਦੀ। ਮਤਲਬ ਉਹ ਇੱਕੋ ਇੱਕ ਅਧਿਕਾਰੀ ਆ ਜੋ ਕਿ ਨੋਟਾਂ ਨੂੰ ਛਾਪ ਸਕਦਾ। ਇਦੋਂ ਅੱਗੇ ਆਪਾਂ ਇਹਦੇ ਅਗਲੇ ਫੰਕਸ਼ਨਸ ਨੂੰ ਕੰਟੀਨਿਊ ਕਰਾਂਗੇ। फस्ट फंक्शन आप कंप्लीट कर लिया सी। अज आप सैकेंड फंक्शन देखांगे। ਇਹਦਾ सैकेंड फंक्शन है एज अ बैंकर एजेंट एंड एडवाइज़र टू द गवर्नमेंट। ठीक है, हुण ਇਹਦਾ फंक्शन अगला काम की आ की कहते ने ये कि ये गवर्नमेंट का बैंक आ। ठीक है, एक गवर्नमेंट का एजेंट आ, ਇਹ ਗੌਰਮੈਂਟ ਦਾ ਐਡਵਾਈਜ਼ਰ ਆ। ਠੀਕ ਹੈ, ਆਪਾਂ ਹੁਣ ਦੇਖਦੇ ਹਾਂ ਵੀ ਐਜ਼ ਅ ਬੈਂਕਰ ਆਫ ਗੌਰਮੈਂਟ ਇਹ ਕਿੱਦਾਂ ਕੰਮ ਕਰਦਾ। ਦੇਖੋ, ਸੈਂਟਰਲ ਬੈਂਕ ਪ੍ਰੋਵਾਈਡਸ ਆਲ ਥੀਸ ਬੈਂਕਿੰਗ ਸਰਵਿਸਿਜ਼ ਟੂ ਦਾ ਗੌਰਮੈਂਟ ਵਿਚ ਦਾ ਕਮਰਸ਼ੀਅਲ ਬੈਂਕਸ ਪ੍ਰੋਵਾਈਡਸ ਟੂ ਦੇਅਰ ਕੰਜ਼ਿਊਮਰਸ। ਠੀਕ ਹੈ, ਕੀ ਕਹਿੰਦੇ ਨੇ, ਕਹਿੰਦੇ ਜਿਹੜਾ ਸੈਂਟਰਲ ਬੈਂਕ ਆ ਉਹ ਸਾਰੀਆਂ ਫੈਸਿਲਿਟੀਜ਼ ਅਤੇ ਸਰਵਿਸਿਜ਼ ਦਿੰਦਾ ਕਿਹਨੂੰ, ਗੌਰਮੈਂਟ ਨੂੰ, ਜੋ ਕਮਰਸ਼ੀਅਲ ਬੈਂਕ ਆਪਣੇ ਕਸਟਮਰਸ ਨੂੰ ਦਿੰਦੇ ਆ ਜਾਂ ਫਿਰ ਆਪਾਂ ਆਪਣੇ ਲੋਕਾਂ ਨੂੰ ਦਿੰਦੇ ਆ। ਠੀਕ ਹੈ, ਜਿਵੇਂ ਕਿ ਉਹ ਗੌਰਮੈਂਟ ਦੇ ਜਿਹੜੇ ਡਿਪੋਜ਼ਿਟ ਆ ਉਹਨਾਂ ਨੂੰ ਲੈਂਦਾ, ਐਕਸੈਪਟ ਕਰਦਾ, ਐਡਵਾਂਸਿੰਗ ਲੋਨਸ ਉਹਨਾਂ ਨੂੰ ਲੋਨਸ ਦਿੰਦਾ। ਠੀਕ ਹੈ, ਟਰਾਂਸਫਰ ਗੌਰਮੈਂਟਸ ਫੰਡਸ ਫਰੋਮ ਵਨ ਪਲੇਸ ਟੂ ਦਾ ਅਨਦਰ ਪਲੇਸ। ਅਤੇ ਜਿਹੜੇ ਗੌਰਮੈਂਟ ਫੰਡ ਹੁੰਦੇ ਆ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚਾਉਂਦੇ ਆ। ਹੁਣ ਆਪਾਂ ਇਹਨੂੰ ਡਾਇਗਰਾਮ ਰਾਹੀਂ ਦੇਖਾਂਗੇ ਤਾਂ ਜ਼ਿਆਦਾ ਕਲੀਅਰ ਹੋਊਗਾ। ਦੇਖੋ ਜਿਵੇਂ ਕਮਰਸ਼ੀਅਲ ਬੈਂਕ ਆਪਣੇ ਨਾਲ ਡੀਲ ਕਰਦੇ ਆ ਇੰਡੀਵਿਜੂਅਲ ਨਾਲ ਅਤੇ ਇਹਨਾਂ ਦੇ ਕਸਟਮਰਸ ਨਾਲ। ਠੀਕ ਹੈ, ਇਹ ਇਹਨਾਂ ਦੇ ਡਿਪੋਜ਼ਿਟ ਨੂੰ ਰੱਖਦੇ ਆ। ਠੀਕ ਹੈ, ਇਹਨਾਂ ਨੂੰ ਲੋਨਸ ਵਗੈਰਾ ਦਿੰਦੇ ਆ। ਉੱਦਾਂ ਹੀ ਕੀ ਆ, ਸੈਂਟਰਲ ਬੈਂਕ ਆ ਕਿਹਦਾ, ਇੱਕ ਗੌਰਮੈਂਟ ਦਾ ਬੈਂਕ ਆ। ਗੌਰਮੈਂਟ ਕੀ ਕਰਦੀ ਆ, ਸੈਂਟਰਲ ਬੈਂਕ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਵਾਉਂਦੀ ਆ ਅਤੇ ਉਹਨਾਂ ਤੋਂ ਲੋਨਸ ਵਗੈਰਾ ਲੈਂਦੀ ਆ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਕੀ ਆ, ਗੌਰਮੈਂਟ ਦਾ ਇੱਕ ਬੈਂਕ ਆ। ਅੱਗੇ ਦੇਖੋ, ਐਜ਼ ਐਨ ਏਜੰਟ, ਮਤਲਬ ਇਹ ਸਰਕਾਰ ਦਾ ਇੱਕ ਏਜੰਟ ਵੀ ਆ। ਕਿਵੇਂ, ਸੈਂਟਰਲ ਬੈਂਕ ਆਲਸੋ ਐਕਟ ਐਜ਼ ਐਨ ਏਜੰਟ ਆਫ ਗੌਰਮੈਂਟ ਬਾਈ ਮੇਕਿੰਗ ਪੇਮੈਂਟਸ ਐਂਡ ਰਿਸੀਵਿੰਗ ਪੇਮੈਂਟਸ ਔਨ ਦਾ ਬਿਹਾਫ ਆਫ ਗੌਰਮੈਂਟ। ਆਪਾਂ ਨੂੰ ਪਤਾ ਵੀ ਏਜੰਟ ਦਾ ਕੀ ਕੰਮ ਹੁੰਦਾ, ਕਿਸੇ ਵਸਤੂਆਂ ਨੂੰ ਜਾਂ ਖਰੀਦਣਾ ਜਾਂ ਵੇਚਣਾ। ਠੀਕ ਹੈ, ਉੱਦਾਂ ਹੀ ਕੀ ਆ, ਜਿਹੜਾ ਸੈਂਟਰਲ ਬੈਂਕ ਆ ਉਹ ਗੌਰਮੈਂਟ ਦੇ ਲਈ ਇੱਕ ਏਜੰਟ ਆ। ਉਹਨਾਂ ਦੀਆਂ ਪੇਮੈਂਟਸ ਨੂੰ ਕੀ ਕਰਦਾ, ਰਿਸੀਵ ਕਰਦਾ, ਲੈਂਦਾ ਜਾਂ ਦਿੰਦਾ ਵਾ। ਠੀਕ ਹੈ, ਇਸ ਤੋਂ ਬਿਨਾਂ ਇਟ ਫੈਸਿਲਿਟੇਟਸ ਔਨ ਦਾ ਸੇਲਸ ਔਰ ਪਰਚੇਜ਼, ਮਤਲਬ ਇਹ ਵੇਚਦਾ ਅਤੇ ਪਰਚੇਜ਼ ਕਰਦਾ, ਖਰੀਦਦਾ ਆਫ ਗੌਰਮੈਂਟ ਸਿਕਿਉਰਿਟੀਜ਼ ਨੂੰ ਐਂਡ ਟਰੋਜ਼ਰੀ ਬੈਲਸ। ਠੀਕ ਹੈ, ਜਿਹੜੀ ਸਰਕਾਰ ਦੇ ਬੈਲਸ ਵਗੈਰਾ ਹੁੰਦੇ ਆ, ਕੋਈ ਵੀ ਸਿਕਿਉਰਿਟੀਜ਼ ਹੁੰਦੀਆਂ ਉਹਨਾਂ ਨੂੰ ਵੇਚਦਾ ਅਤੇ ਖਰੀਦਦਾ। ਠੀਕ ਹੈ, ਤਾਂ ਕਰਕੇ ਇਹਨੂੰ ਏਜੰਟ ਵੀ ਕਿਹਾ ਜਾਂਦਾ ਗੌਰਮੈਂਟ ਦਾ। ਅੱਗੇ ਦੇਖੋ, ਐਜ਼ ਐਨ ਐਡਵਾਈਜ਼ਰ, ਐਡਵਾਈਜ਼ਰ ਕੀ ਹੁੰਦਾ, ਜਿਹੜਾ ਕਿ ਆਪਾਂ ਨੂੰ ਕੋਈ ਵੀ ਸਲਾਹ ਦਿੰਦਾ। ਠੀਕ ਹੈ, ਹੁਣ ਸੈਂਟਰਲ ਬੈਂਕ ਆ ਜਿਹੜਾ ਉਹ ਗੌਰਮੈਂਟ ਦਾ ਐਡਵਾਈਜ਼ਰ ਕਿਵੇਂ ਹੋ ਸਕਦਾ। ਦੇਖੋ Central Bank provides expert advice to the government of the country concerning economic policy, banking policy and other economic matters as and when needed। ਕਹਿੰਦੇ ਜਦੋਂ ਵੀ ਸਰਕਾਰ ਨੂੰ ਗੌਰਮੈਂਟ ਨੂੰ ਲੋੜ ਹੁੰਦੀ ਆ, ਠੀਕ ਹੈ, ਸਲਾਹ ਲੈਣ ਦੀ, ਐਕਸਪਰਟ ਦੀ ਸਲਾਹ, ਜਿਹੜਾ ਐਕਸਪਰਟ ਮੰਨਿਆ ਜਾਂਦਾ ਕਮਰਸ਼ੀਅਲ ਬੈਂਕ ਨੂੰ। ਠੀਕ ਹੈ, ਤਾਂ ਕਰਕੇ ਜਿਹੜੀ ਗੌਰਮੈਂਟ ਆ ਸੈਂਟਰਲ ਬੈਂਕ ਤੋਂ ਕੀ ਆ, ਐਡਵਾਈਜ਼ ਲੈਂਦੀ ਆ ਵੀ ਕਿਵੇਂ ਉਹ ਇਕਨੋਮਿਕ ਪੋਲਿਸੀਜ਼ ਬਣਾਵੇ। ਠੀਕ ਹੈ, ਤਾਂ ਕਿ ਡਿਵੈਲਪਮੈਂਟ ਹੋ ਸਕੇ ਆਪਣੇ ਦੇਸ਼ ਦੀ, ਕਿਵੇਂ ਬੈਂਕਾਂ ਨੂੰ ਹੋਰ ਵੀ ਸੁਧਾਰਨ ਦੇ ਲਈ ਉਹਨਾਂ ਵਿੱਚ ਕਿਹੜੀਆਂ ਪੋਲਿਸੀਜ਼ ਬਣਾਈਆਂ ਜਾਣ। ਠੀਕ ਹੈ, ਇਹਨਾਂ ਸਾਰੇ ਤਰ੍ਹਾਂ ਦੀਆਂ ਪੋਲਿਸੀਆਂ ਦੀ ਐਡਵਾਈਜ਼ ਆ ਜਿਹੜੀ ਉਹ ਕੀ ਆ, ਸੈਂਟਰਲ ਬੈਂਕ ਆ ਜਿਹੜਾ ਗੌਰਮੈਂਟ ਨੂੰ ਦਿੰਦਾ। ਇਸ ਤਰ੍ਹਾਂ ਆਪਣਾ ਸੈਕਿੰਡ ਜਿਹੜਾ ਫੰਕਸ਼ਨ ਉਹ ਕੰਪਲੀਟ ਹੋ ਚੁੱਕਿਆ। ਅੱਗੇ ਆਪਾਂ ਥਰਡ ਕਰਦੇ ਹਾਂ। ਥਰਡ ਪੁਆਇੰਟ ਹੈਗਾ ਬੈਂਕਰਸ ਬੈਂਕ। ਦੇਖੋ, ਸੈਂਟਰਲ ਬੈਂਕ ਇਜ਼ ਦ ਬੈਂਕ ਆਫ ਕਮਰਸ਼ੀਅਲ ਬੈਂਕਸ ਆਫ ਦੈਟ ਕੰਟਰੀ। ਕਮਰਸ਼ੀਅਲ ਬੈਂਕਸ keep their deposit with the central bank and they borrow from the central bank in the time of emergency। ਆਪਾਂ ਦੇਖਦੇ ਹਾਂ ਹੁਣ। ਠੀਕ ਹੈ, ਇਹਨੂੰ ਵੀ ਡਾਇਗਰਾਮ ਰਾਹੀਂ ਦੇਖਾਂਗੇ ਤਾਂ ਆਪਾਂ ਨੂੰ ਜ਼ਿਆਦਾ ਕਲੀਅਰ ਹੋਊ। ਦੇਖੋ, ਆਹ ਪੁਆਇੰਟਸ ਕਹਿ ਰਹੇ ਆ ਕਿ ਜਿਹੜੇ ਬੈਂਕਰਸ ਬੈਂਕ ਆ, ਮਤਲਬ ਜਿਹੜੇ ਬੈਂਕ ਆ ਆਪਣੇ ਕਮਰਸ਼ੀਅਲ ਬੈਂਕ ਆ ਉਹਨਾਂ ਦਾ ਬੈਂਕ ਆ ਕੌਣ, ਸੈਂਟਰਲ ਬੈਂਕ। ਕਿਵੇਂ, ਕਹਿੰਦੇ ਜਿਹੜੇ ਕਮਰਸ਼ੀਅਲ ਬੈਂਕ ਹੁੰਦੇ ਆ ਉਹ ਕਿਹਦੇ ਨਾਲ ਡੀਲ ਕਰਦੇ ਆ, ਸੈਂਟਰਲ ਬੈਂਕ ਨਾਲ ਡੀਲ ਕਰਦੇ ਆ। ਠੀਕ ਹੈ, ਉਹ ਆਪਣੇ ਪੈਸਿਆਂ ਨੂੰ ਜਮ੍ਹਾਂ ਕਰਵਾਉਂਦੇ ਆ ਅਤੇ ਲੋੜ ਪੈਣ 'ਤੇ ਜਦੋਂ ਐਮਰਜੈਂਸੀ ਹੁੰਦੀ ਹੈ ਤਾਂ ਇਹਨਾਂ ਤੋਂ ਲੋਨ ਵਗੈਰਾ ਵੀ, ਪੈਸੇ ਵਗੈਰਾ ਵੀ ਲੈ ਲੈਂਦੇ ਆ। ਤਾਂ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ, ਬੈਂਕਰਸ ਬੈਂਕ ਕਿਹਾ ਜਾਂਦਾ ਸੈਂਟਰਲ ਬੈਂਕ ਨੂੰ। ਠੀਕ ਹੈ, ਕਹਿੰਦੇ ਇਹ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਵਾਉਂਦਾ
ठीक है। सेंट्रल बैंक सारिया सर्विस इन्हों प्रोवाइड करवाउंदा जो जिहड़े कमर्शियल बैंक अपने कस्टमर्स नूं प्रोवाइड करते हैं। ठीक है, ये उदा ही है, मतलब आप कह सकते हैं भी सेंट्रल बैंक के जिहड़े कस्टमर आ वो कौन आ, कमर्शियल बैंक्स। ठीक है, गां कमर्शियल बैंक्स के कस्टमर कौन आ, आप लोग इंडिविजुअल्स जां हाउस होल्ड्स। इस तो अगे आप कह सकते हैं भी ये की आ जिहड़ा सेंट्रल बैंक आ वो बैंकां दा की आ, बैंक आ। अगे फोर्थ पॉइंट है इहदा सुपरवाइजर ऑफ बैंकिंग सिस्टम। ਆਪਾਂ ਨੂੰ ਪਤਾ ਸੁਪਰਡੈਂਟ ਕੀ ਹੁੰਦਾ, ਜਦੋਂ ਆਪਣੇ ਬੋਰਡ ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ, ਉੱਥੇ ਇੱਕ ਸੁਪਰਡੈਂਟ ਹੁੰਦਾ, ਉਹ ਕੀ ਕਰਦਾ, ਆਪਣੇ एग्जाम सेंटर ਨੂੰ ਸੁਪਰਵਾਈਜ਼ ਕਰਦਾ, ਮਤਲਬ ਇੱਥੇ ਕਿਸ ਢੰਗ ਨਾਲ ਐਗਜ਼ਾਮ ਚਲਾਉਣੇ ਆ, ਠੀਕ ਹੈ, ਕਿੰਨੇ ਬੱਚੇ ਇੱਥੇ ਐਗਜ਼ਾਮ ਦੇਣਗੇ। ਉੱਦਾਂ ਹੀ ਕੀ ਆ ਜਿਹੜਾ ਸੈਂਟਰਲ ਬੈਂਕ ਆ ਉਹ ਬੈਂਕਿੰਗ ਸਿਸਟਮ ਦਾ ਕੀ ਆ, ਸੁਪਰਵਾਈਜ਼ਰ ਆ, ਠੀਕ ਹੈ, ਉਹਨਾਂ ਦਾ ਸਲਾਹਕਾਰ ਇੱਕ। ਸੈਂਟਰਲ ਬੈਂਕ ਇਜ਼ ਦਾ ਸੁਪਰੀਮ ਬੈਂਕ ਆਫ ਦਾ ਕੰਟਰੀ। ਆਪਾਂ ਨੂੰ ਪਤਾ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਸੁਪਰੀਮ ਹੁੰਦਾ, ਸਰਵ ਉੱਚ ਬੈਂਕ ਹੁੰਦਾ ਸਾਰੀ ਕੰਟਰੀ ਦਾ, ਠੀਕ ਹੈ। ਫॉर ਦਿਸ ਪਰਪਜ਼ ਸੈਂਟਰਲ ਬੈਂਕ ਰੈਗੂਲਰੀ इंस्पैक्ट्स मतलब जांच करता एंड गाइड्स द कमर्शियल बैंक, तो गाइड करता किन्हों कमर्शियल बैंक में समय समय पर जोड़े बैंकों की जांच करता भी वो सही ढंग नाल कस्टमर नाल गल कर रहे हैं या नहीं कर रहे, उन्होंने सर्विस दे रहे हैं या नहीं दे रहे। ठीक है, जो उन्होंने गाइडलाइंस की जरूरत है तो उन्होंने गाइड भी करता कौन, कमर्शियल बैंक, सॉरी सेंट्रल बैंक। टू ग्रांट लाइसेंस टू न्यू बैंक्स, ठीक है, जे किसी ने न्यू बैंक वगैरह खोलने वो लाइसेंस कौन प्रोवाइड करता वा, सेंट्रल बैंक। इस तो बिना टू एवैल्यूएट द परफॉर्मेंस ऑफ कमर्शियल बैंक, तो किनू परफॉर्मेंस चैक करता किन्ना दी, कमर्शियल बैंक की भी वो ठीक ढंग नाल काम कर रहे हैं या नहीं कर रहे। टू एक्सपैंड बैंकिंग सिस्टम, ठीक है, बैंकिंग सिस्टम नू अपने सारे देशों के सारिया कंट्रीज़ में फैलाउण लई की करता वा, ये कोशिश करता भी सारे अपने ਜਿਹੜੇ इंडिया ਦੇ ਵਿੱਚ ਜਾਂ ਫਿਰ ਜਿਨ੍ਹਾਂ ਦੀ ਕੰਟਰੀ ਵਿੱਚ ਜਿਹੜੇ ਕਮਰਸ਼ੀਅਲ ਸੈਂਟਰਲ ਬੈਂਕ ਕੰਮ ਕਰ ਰਹੇ ਆ ਉਹ ਚਾਹੁੰਦੇ ਆ ਵੀ ਸਾਡੀ ਸਾਰੀ ਕੰਟਰੀ ਦੇ ਵਿੱਚ ਜਿਹੜੇ ਬੈਂਕ ਆ ਬੈਂਕਿੰਗ ਸਿਸਟਮ ਆ ਉਹ ਪਹੁੰਚੇ। ਠੀਕ ਹੈ, अगे है लैंडर ऑफ द लास्ट रिसोर्स, मतलब बिकॉज वैन द कमर्शियल बैंक्स ऑफ द कंट्री डू नॉट गैट लोन फ्रॉम एनी अदर सोर्सिस, जदों कहते कमर्शियल बैंक नूं होर कितों भी कोई भी पैसा नहीं मिलता जां लोन नहीं मिलता, दैन दे कैन बोरो फ्रॉम द सेंट्रल बैंक, तो उन्होंने कोल एक चॉइस होंदी है कि वो सेंट्रल बैंक के कोल जाके की आ लोन लै देन ਜਾਂ ਉਧਾਰ ਲੈ ਲੈਣ ਔਨ ਦਾ ਬੇਸਿਸ ਆਫ ਐਪਰੋਪਰੀਏਟ ਸਿਕਿਉਰਿਟੀਜ਼। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ RBI ਦੇ ਕੋਲ ਸਾਰੇ ਬੈਂਕ ਕੁਝ ਨਾ ਕੁਝ ਪਹਿਲਾਂ ਹੀ ਪੈਸਾ ਜਮ੍ਹਾਂ ਕਰਵਾਉਂਦੇ ਆ। ਠੀਕ ਹੈ, ਉਹਦੇ ਬੇਸ 'ਤੇ ਕੀ ਆ ਜਿਹੜੀ RBI ਦੂਸਰੇ ਬੈਂਕਾਂ ਨੂੰ ਜਿਹੜੇ ਲੋਨਸ ਵਗੈਰਾ ਉਹ ਪ੍ਰੋਵਾਈਡ ਕਰਵਾ ਦਿੰਦੀ ਹੈ। ਠੀਕ ਹੈ, ਉਹਨਾਂ ਲਈ ਇਹ ਲਾਸਟ मतलब एक ऑप्शन बच जाती है जो सारे सिक्योर सोर्सिस खत्म हो जाते हैं, सारिया फाइनैंशियल इंस्टीट्यूशन कह देंगे भी असी कमर्शियल बैंक्स नूं पैसे नहीं देने, तो की आ जिहड़ा सेंट्रल बैंक ओनली एक ऑप्शन होंदी है भी वो उन्होंने की आ पैसे वगैरह दे दिंदा। अगे 6 पॉइंट देखो कस्टोडियन, कस्टोडियन की हुंदा रखवाला। ठीक है, ऑफ फॉरन एक्सचेंज रिजर्वस ऑफ द कंट्री। ठीक है, ਜਿਹੜਾ ਸੈਂਟਰਲ ਬੈਂਕ ਹੁੰਦਾ ਉਹਦੇ ਕੋਲ ਸਾਰੇ ਫੋਰਨ ਐਕਸਚੇਂਜ ਦੀ ਆ ਜਿਹੜੇ ਰਿਜ਼ਰਵਸ ਪਏ ਹੁੰਦੇ ਆ, ਉਹਨਾਂ ਕੋਲ ਸਾਰੇ ਜਿਹੜੇ ਹੋਰ ਬਾਕੀ ਦੇਸ਼ਾਂ ਦਾ ਜਿਹੜਾ ਪੈਸਾ ਵਗੈਰਾ ਵੀ ਪਿਆ ਹੁੰਦਾ। ਦੇਖੋ ਸੈਂਟਰਲ ਬੈਂਕ ਆਫ ਦਾ ਕੰਟਰੀ ਇਜ਼ ਆਲਸੋ ਦਾ ਕਸਟੋਡੀਅਨ ਆਫ ਦਾ ਫੋਰਨ ਐਕਸਚੇਂਜ ਰਿਜ਼ਰਵਸ ਆਫ ਦੈਟ ਕੰਟਰੀ। ਠੀਕ ਹੈ, ਉਹ ਜਿਹੜਾ ਸੈਂਟਰਲ ਬੈਂਕ ਆ ਉਹ ਆਪਣੀ ਕੰਟਰੀ ਦੇ ਜਿਹੜੇ ਫੋਰਨ ਐਕਸਚੇਂਜ ਰਿਜ਼ਰਵਸ ਆ ਉਹਨਾਂ ਨੂੰ ਕੀ ਆ ਆਪਣੀ ਕਸਟਡੀ ਦੇ ਅੰਦਰ ਰੱਖਦੇ ਆ, ਸੇਫ ਕਰਕੇ ਰੱਖਦੇ ਆ। In many countries of the world, it is legal compulsion for central bank to maintain a minimum level of exchange reserve। ठीक है, कहते सारिया ਜਿਹੜੀਆਂ ਆਪਣੀਆਂ बहुत सारिया कंट्रीज़ ਇਹੋ ਜਿਹੀਆਂ ਜਿਹਦੇ ਵਿੱਚ ਇੱਕ ਰੂਲ ਬਣਾਇਆ ਗਿਆ ਵੀ ਸੈਂਟਰਲ ਬੈਂਕ ਦੇ ਕੋਲ ਸਾਰੀਆਂ ਜਿਹੜੀਆਂ ਫੋਰਨ ਕੰਟਰੀਜ਼ ਆ ਉਹਨਾਂ ਦੀ ਇੱਕ ਉਹਨਾਂ ਦੇ ਸਾਰਿਆਂ ਦਾ ਪੈਸਾ ਜਿਹੜਾ ਡਾਲਰ ਵਗੈਰਾ ਪੌਂਡ ਵਗੈਰਾ ਜਮ੍ਹਾਂ ਹੋਣੇ ਚਾਹੀਦੇ ਆ। ਦਿਸ ਹੈਲਪ ਇਨ ਮੇਨਟੇਨਿੰਗ ਆ ਸਟੇਬਲ ਫੋਰਨ ਐਕਸਚੇਂਜ ਰੇਟ ਇਨ ਦਾ ਕੰਟਰੀ ਵਿਚ ਇਜ਼
ਵਿਚ ਇਨ ਟਰਨ ਹੈਜ਼ ਫੇਵਰੇਬਲ ਇਫੈਕਟ ਔਨ ਦਾ ਇੰਟਰਨੈਸ਼ਨਲ ਟ੍ਰੇਡ। ਹੁਣ ਆਪਾਂ ਨੂੰ ਪਤਾ ਵੀ ਆਪਣਾ ਦੇਸ਼ ਬਹੁਤ ਸਾਰੇ ਦੇਸ਼ਾਂ ਦੇ ਨਾਲ ਕੀ ਆ ਟ੍ਰੇਡ ਕਰਦਾ। ਜਦੋਂ ਟ੍ਰੇਡ ਕਰਦਾ ਤਾਂ ਉਹਨਾਂ ਨੂੰ ਕੀ ਆ ਪੈਸੇ ਦੇਣੇ ਵੀ ਪੈਂਦੇ ਆ ਅਤੇ ਲੈਣੇ ਵੀ ਪੈਂਦੇ ਆ, ਠੀਕ ਹੈ, ਉਹਨਾਂ ਦੇਸ਼ਾਂ ਨਾਲੋਂ। ਤਾਂ ਕਰਕੇ ਕੀ ਆ ਜਿਹੜਾ ਸੈਂਟਰਲ ਬੈਂਕ ਆ ਉਹਦੇ ਕੋਲ ਸਾਰੇ ਦੇਸ਼ ਦੀਆਂ ਜਿਹੜੀਆਂ ਹੁੰਦੀਆਂ ਜਿਨ੍ਹਾਂ ਨਾਲ ਉਹ ਟ੍ਰੇਡ ਕਰਦਾ ਉਹਨਾਂ ਦੀਆਂ ਕਰੰਸੀਜ਼ ਰਿਜ਼ਰਵ ਹੁੰਦੀਆਂ, ਮਤਲਬ ਜਮ੍ਹਾਂ ਕਰਕੇ ਰੱਖੀਆਂ ਹੁੰਦੀਆਂ ਤਾਂ ਕਿ ਲੋੜ ਪੈਣ 'ਤੇ ਉਹ ਉਹਨਾਂ ਨੂੰ ਯੂਜ਼ ਕਰਕੇ ਜਿਹੜੇ ਆ ਟ੍ਰੇਡ ਕਰ ਸਕਣ, ਠੀਕ ਹੈ। ਤਾਂ ਇਹ ਕੀ ਹੈ, ਇਹਦਾ ਫੇਵਰੇਬਲ ਆ, ਮਤਲਬ ਇਹਦੇ ਫੇਵਰ ਦੇ ਵਿੱਚ ਕੰਮ ਕਰਦਾ, ਟ੍ਰੇਡ ਦੇ ਫੇਵਰ ਦੇ ਵਿੱਚ। ਅੱਗੇ ਆਪਣਾ ਅਗਲਾ ਪੁਆਇੰਟ ਆ, ਅਗਲਾ ਫੰਕਸ਼ਨ ਹੈ ਇਹਦਾ ਕ੍ਰੈਡਿਟ ਕੰਟਰੋਲ। ਦੇਖੋ ਕ੍ਰੈਡਿਟ ਕੰਟਰੋਲ ਵਿੱਚ ਦੇਖੋ ਸੈਂਟਰਲ ਬੈਂਕ ਰੈਗੂਲੇਟਸ ਦਾ ਐਕਟੀਵਿਟੀਜ਼ ਆਫ ਦਾ ਕਮਰਸ਼ੀਅਲ ਬੈਂਕਸ ਕੰਸਰਨਿੰਗ credit creation so that specific economic objectives may be achieved, ਠੀਕ ਹੈ। ਹੁਣ ਜਿੱਥੇ ਵੀ ਤੁਸੀਂ ਪੜ੍ਹ ਲਿਆ ਵੀ ਕ੍ਰੈਡਿਟ ਕ੍ਰੀਏਸ਼ਨ ਆ, ਮਤਲਬ ਉਹਦਾ ਸੰਬੰਧ ਕਿਹਦਾ, ਸਪਲਾਈ ਆਫ ਮਨੀ ਦੇ ਨਾਲ, ਠੀਕ ਹੈ। ਕਮਰਸ਼ੀਅਲ ਬੈਂਕ ਦੀਆਂ ਜਿਹੜੀਆਂ ਵੀ ਐਕਟੀਵਿਟੀਜ਼ ਕਰਦੇ ਆ ਉਹ, ਠੀਕ ਹੈ, ਉਹਦੇ ਵਿੱਚ ਜਿਹੜੀ ਕ੍ਰੈਡਿਟ ਕ੍ਰੀਏਸ਼ਨ ਹੁੰਦੀ ਆ, ਠੀਕ ਹੈ, ਸੈਂਟਰਲ ਬੈਂਕ ਉਹਨਾਂ ਨੂੰ ਰੈਗੂਲੇਟ ਕਰਦਾ ਅਤੇ ਦੇਖਦਾ ਕਿ ਉਹਨਾਂ ਐਕਟੀਵਿਟੀਜ਼ ਦੇ ਨਾਲ ਕੀ ਆ ਇਕਨੋਮਿਕ ਓਬਜੈਕਟ ਅਚੀਵ ਹੋ ਰਹੇ ਆ ਜਾਂ ਨਹੀਂ ਹੋ ਰਹੇ, ਠੀਕ ਹੈ। ਇਟ ਇਜ਼ ਦਾ ਰਿਸਪੋਂਸੀਬਿਲਿਟੀ ਆਫ ਦਾ ਸੈਂਟਰਲ ਬੈਂਕ ਟੂ ਕੀਪ ਦਾ ਮਨੀ ਸਪਲਾਈ ਵਿਦ ਇਨ ਮੈਨੇਜੇਬਲ ਲਿਮਿਟਸ, ਠੀਕ ਹੈ, ਲਿਮਿਟਸ। ਮਤਲਬ ਇੱਕ ਜਿਹੜੇ ਸੈਂਟਰਲ ਬੈਂਕ ਆ ਉਹਦੀ ਇੱਕ ਰਿਸਪੋਂਸੀਬਿਲਿਟੀ ਬਣ ਜਾਂਦੀ ਆ ਵੀ ਉਹ ਮਨੀ ਸਪਲਾਈ ਨੂੰ ਕੀ ਆ ਇੱਕ ਆਪਣੇ ਕੰਟਰੋਲ ਵਿੱਚ ਰੱਖੇ, ਲਿਮਿਟ ਦੇ ਵਿੱਚ ਰੱਖੇ, ਠੀਕ ਹੈ। ਜੇ ਕਹਿੰਦੇ ਆ ਵੀ ਆਪਾਂ ਨੂੰ ਪਤਾ ਜਿਹੜੀ ਮਨੀ ਸਪਲਾਈ ਵੱਧ ਜੂਗੀ ਤਾਂ ਕੀ ਹੋ ਜੂਗੀ, ਇਨਫਲੇਸ਼ਨ ਆ ਜੂਗੀ, ਕੀਮਤਾਂ ਵਧਣ ਲੱਗ ਜਾਣਗੀਆਂ, ਠੀਕ ਹੈ, ਅਤੇ ਮਹਿੰਗਾਈ ਹੋ ਜੂਗੀ, ਠੀਕ ਹੈ। ਜੇ ਸਪਲਾਈ ਆਫ ਮਨੀ ਘਟਾ ਦਿੱਤੀ ਜਾਊਗੀ ਤਾਂ ਡਿਫਲੇਸ਼ਨ ਆ ਜੂਗੀ। ਡਿਫਲੇਸ਼ਨ ਦਾ ਮਤਲਬ ਹੁੰਦਾ ਕੀਮਤਾਂ ਘੱਟ ਜਾਂਦੀਆਂ, ਠੀਕ ਹੈ। ਇਹ ਕੀ ਆ, ਇਹ ਵੀ ਚੀਜ਼ਾਂ ਨੂੰ ਕੰਟਰੋਲ ਵਿੱਚ ਹੋਣੀਆਂ ਚਾਹੀਦੀਆਂ, ਨਾ ਬਹੁਤੀ ਇਨਫਲੇਸ਼ਨ ਹੋਣੀ ਚਾਹੀਦੀ ਹੈ, ਨਾ ਬਹੁਤੀ ਡੀਫਲੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਕੀ ਆਪਣੀ ਇਕੋਨਮੀ ਦੇ ਡਿਵੈਲਪਮੈਂਟ 'ਤੇ ਬਹੁਤ ਅਸਰ ਪੈਂਦਾ, ਠੀਕ ਹੈ। ਤਾਂ ਕਰਕੇ ਇਹ ਕੀ ਆ ਇਹਨਾਂ ਸਾਰੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਦੀ ਹੈ। ਦਾ ਸੈਂਟਰਲ ਬੈਂਕ ਕੰਟਰੋਲਸ ਦਾ ਕ੍ਰੈਡਿਟ ਔਰ ਦਾ ਮਨੀ ਸਪਲਾਈ ਵਿਦ ਦਾ ਇੰਸਟਰੂਮੈਂਟਸ ਆਫ ਮੋਨੀਟਰੀ ਪੋਲਿਸੀ, ਠੀਕ ਹੈ। ਮੋਨੀਟਰੀ ਪੋਲਿਸੀਜ਼ ਬਣਦੀਆਂ ਕਾਹਦੇ ਲਈ, ਕੰਟਰੋਲਸ ਕਰਨ ਲਈ, ਕ੍ਰੈਡਿਟ ਕੰਟਰੋਲ ਕਰਨ ਲਈ ਜਾਂ ਫਿਰ ਮਨੀ ਸਪਲਾਈ ਨੂੰ ਕੰਟਰੋਲ ਕਰਨ ਲਈ। ਉਹਨਾਂ ਦੀ ਹੈਲਪ ਨਾਲ ਕੀ ਆ ਸੈਂਟਰਲ ਬੈਂਕ ਆ ਜਿਹੜੀ ਇਹ ਇਹਨਾਂ ਨੂੰ ਜਿਹੜਾ ਕੰਟਰੋਲ ਵਿੱਚ ਕਰਦਾ, ਠੀਕ ਹੈ। ਇੱਦੋਂ ਅਗਲੇ ਪੁਆਇੰਟਸ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਡਿਸਕਸ ਕਰਾਂਗੇ। ਥੈਂਕ ਯੂ ਸਟੂਡੈਂਟਸ।